ਮਾਰਚ ਦਾ ਮਹੀਨਾ ਚੱਲ ਰਿਹਾ ਹੈ। ਪੰਜਾਬੀਆਂ ਦੇ ਲਈ ਮਾਰਚ ਦਾ ਮਹੀਨਾ ਕਿੰਝ ਖਾਸ ਹੈ, ਬਾਕੀ ਮਹੀਨਿਆਂ ਨਾਲੋਂ ਇੰਪੋਰਟੈਂਸ ਕੀ ਹੈ, ਖਾਸੀਅਤ ਕੀ ਹੈ? ਇੱਕ ਤੇ ਕਰਾਰਦਾਦੇ ਪਾਕਿਸਤਾਨ ਜਿਹੜੀ ਮਨਜ਼ੂਰ ਹੋਈ ਪੰਜਾਬ ਦੇ ਵਿੱਚ, ਲਾਹੌਰ ਦੇ ਵਿੱਚ ਹੀ ਹੋਈ, ਉਹ ਵੀ ਖਾਸੀਅਤ ਹੈ ਸਾਡੇ ਲਈ। ਬਤੌਰ ਪੰਜਾਬੀ ਪਾਕਿਸਤਾਨੀ ਵੀ ਸਾਡੇ ਲਈ ਖਾਸੀਅਤ ਹੈ। ਲੇਕਿਨ ਇਸ ਤੋਂ ਇਲਾਵਾ 23 ਮਾਰਚ ਨੂੰ ਹੀ ਭਗਤ ਸਿੰਘ ਨੂੰ ਫਾਂਸੀ ਦੇ ਫੰਦੇ ਤੇ ਚੜ੍ਹਾ ਦਿੱਤਾ ਗਿਆ। ਫੈਸਲਾਬਾਦ ਦੇ ਲਾਗੇ ਜੜ੍ਹਾਂ ਵਾਲੇ ਦੇ ਕੋਲ ਪਿੰਡ ਬੱਗਾ, ਆਪਣੇ ਸਾਡੇ ਪੰਜਾਬ ਦਾ ਰਹਿਣ ਵਾਲਾ ਜਵਾਨ ਪੁੱਤਰ, ਜਿਨ੍ਹੇ ਧਰਤੀ ਦੀ ਖਾਤਰ ਰਜਿਸਟ ਕਰਦਿਆਂ ਹੋਇਆਂ, ਮੁਜ਼ਾਹਮਤ ਕਰਦਿਆਂ ਹੋਇਆਂ ਅੰਗਰੇਜ਼ਾਂ ਦੇ ਖਿਲਾਫ ਅਸਲਾ ਚੁੱਕ ਕੇ ਅੰਗਰੇਜ਼ ਸਰਕਾਰ ਨੇ ਫਾਂਸੀ ਤੇ ਚੜ੍ਹਾ ਦਿੱਤਾ 23 ਮਾਰਚ ਨੂੰ। ਬਤੌਰ ਜ਼ਿੰਦਾ ਕੌਮ, ਬਤੌਰ ਪੰਜਾਬੀ ਨੇਸ਼ਨ, ਸਾਡਾ ਕੰਮ ਬਣਦਾ ਕਿ ਅਸੀਂ ਸਲੂਟ ਕਰੀਏ ਆਪਣੇ ਜਿਹੜੇ ਸਾਡੀ ਧਰਤੀ ਦੇ ਪੁੱਤਰ ਨੇ, ਜਿਨ੍ਹਾਂ ਆਪਣੀ ਧਰਤੀ ਦੇ ਲਈ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਅਸੀਂ ਮੁਸਲਮਾਨ ਹਾਂ, ਹਿੰਦੂ ਹਾਂ, ਸਿੱਖ ਹਾਂ ਜਾਂ ਕੌਣ ਹਾਂ, ਕਿਉਂਕਿ ਇਸ ਪੰਜਾਬ ਧਰਤੀ ਦੇ ਉੱਤੇ ਕੋਈ ਇੱਕ ਕੌਮ ਤੇ ਨਹੀਂ ਵਸਦੀ ਸੀ, ਸਾਰੇ ਵਸਦੇ ਸਨ। ਫਿਰ ਇਹਦੀ ਇੱਕ ਹੋਰ ਖਾਸੀਅਤ, ਦੁੱਲਾ ਭੱਟੀ ਸ਼ਹੀਦ 26 ਮਾਰਚ ਨੂੰ ਉਹਨੂੰ ਵੀ ਫਾਂਸੀ ਦੇ ਫੰਦੇ ਤੇ ਚੜ੍ਹਾਇਆ ਗਿਆ। ਬਹੁਤ ਵੱਡਾ ਮੁਜ਼ਾਹਮਤੀ ਕਿਰਦਾਰ ਹੈ, ਪਿੰਡੀ ਭੱਟੀਆਂ ਦਾ ਰਹਿਣ ਵਾਲਾ, ਸੰਦਲਬਾਰ ਦਾ ਸ਼ਹਿਜ਼ਾਦਾ। ਅਕਬਰ ਬਾਦਸ਼ਾਹ ਦੇ ਖਿਲਾਫ ਜਦੋਂ ਉਹਨੇ, ਕਿਉਂਕਿ ਅਕਬਰ ਬਾਦਸ਼ਾਹ ਜਿਹੜਾ ਸੀ ਉਹਨੂੰ ਇਨਵੇਡਰ ਮੰਨਦਾ ਸੀ ਕਿ ਇਹ ਬਾਹਰੋਂ ਆਇਆ ਹੋਇਆ ਸਾਡੇ ਉੱਤੇ ਹਕੂਮਤਾਂ ਕਰੇ, ਅਸੀਂ ਨਹੀਂ ਜਰ ਸਕਦੇ, ਇਹ ਕਾਬਜ਼ ਹੈ। ਔਰ ਅਕਬਰ ਬਾਦਸ਼ਾਹ ਨੇ ਇੱਕ ਆਪਣਾ ਅਕਬਰੀ ਦੀਨ ਵੀ ਬਣਾਇਆ ਹੋਇਆ ਸੀ। ਦੁੱਲਾ ਭੱਟੀ ਦਾ ਦਾਦਾ, ਉਹਦਾ ਵਾਲਿਦ ਦੁੱਲਾ ਭੱਟੀ ਖੁਦ 26 ਮਾਰਚ ਨੂੰ ਦੁੱਲਾ ਭੱਟੀ ਸ਼ਹੀਦ, ਉਹਨੂੰ ਸ਼ਹੀਦ ਕੀਤਾ ਗਿਆ, ਫਾਂਸੀ ਤੇ ਚੜਾਇਆ ਗਿਆ। ਉਸ ਤੋਂ ਪਹਿਲੇ ਉਹਦਾ ਦਾਦਾ ਤੇ ਉਹਦੇ ਵਾਲਿਦ ਸਾਹਿਬ ਨੂੰ ਆਲਰੇਡੀ ਪਹਿਲੇ ਹੀ ਸ਼ਹੀਦ ਕਰ ਦਿੱਤਾ ਗਿਆ ਸੀ। ਫਿਰ ਇਸ ਤੋਂ ਇਲਾਵਾ ਇੱਕ ਹੋਰ ਬਹੁਤ ਵੱਡਾ ਦਿਨ ਹੈ, ਜਿਹੜਾ ਮਾੜਾ ਦਿਨ ਮੈਂ ਕਹਿੰਦਾ ਪੰਜਾਬੀਆਂ ਦੇ ਲਈ, ਉਹ 29 ਮਾਰਚ। ਅੰਗਰੇਜ਼ ਨੇ ਜਿਸ ਵੇਲੇ ਪੰਜਾਬ ਦੇ ਉੱਤੇ ਕਬਜ਼ਾ ਕੀਤਾ, ਕਿਉਂਕਿ ਪੂਰੇ ਹਿੰਦੁਸਤਾਨ ਤੇ ਅੰਗਰੇਜ਼ ਕਬਜ਼ਾ ਕਰ ਚੁੱਕਿਆ ਸੀ, ਪੰਜਾਬ ਦੇ ਉੱਤੇ ਕਬਜ਼ਾ ਨਹੀਂ ਕਰ ਸਕਿਆ ਸੀ ਰਣਜੀਤ ਸਿੰਘ ਦੇ ਜਿਉਂਦਿਆਂ ਜੀ। ਰਣਜੀਤ ਸਿੰਘ ਦੇ ਨਾਲ ਉਹਦੀਆਂ ਜੰਗਾਂ ਵੀ ਹੋਈਆਂ, ਰਣਜੀਤ ਸਿੰਘ ਨੇ ਉਹਨੂੰ ਕਬਜ਼ਾ ਨਹੀਂ ਕਰਨ ਦਿੱਤਾ। ਲੇਕਿਨ ਬਿਲਾਖਰ ਜਿਸ ਵੇਲੇ ਰਣਜੀਤ ਸਿੰਘ ਮਰ ਗਿਆ, ਫੌਤ ਹੋ ਗਿਆ, ਉਸ ਤੋਂ ਪਿੱਛੇ ਅੰਗਰੇਜ਼ ਨੂੰ ਮੌਕਾ ਮਿਲ ਗਿਆ ਸਾਜ਼ਿਸ਼ਾਂ ਕਰਕੇ, ਪੰਜਾਬ ਦੇ ਅੰਦਰ ਕਮਜ਼ੋਰੀਆਂ ਪੈਦਾ ਕਰਕੇ ਪੰਜਾਬ ਤੇ ਕਬਜ਼ਾ ਕਰਨ ਦਾ। ਅੰਗਰੇਜ਼ ਨੇ ਸਭ ਤੋਂ ਪਹਿਲਾ ਕੰਮ ਕੀ ਕੀਤਾ? ਅੰਗਰੇਜ਼ ਨੇ ਦੇਖਿਆ ਕਿ ਪੰਜਾਬੀਆਂ ਦੀ ਜਿਹੜੀ ਐਜੂਕੇਸ਼ਨ ਰੇਸ਼ੋ ਹੈ ਉਹ ਬਹੁਤ ਜ਼ਿਆਦਾ ਹੈ, ਪੰਜਾਬੀ ਤਾਂ ਬਹੁਤ ਪੜ੍ਹੇ ਲਿਖੇ ਨੇ। ਉਸਨੇ ਦੇਖਿਆ ਕਿ ਰਣਜੀਤ ਸਿੰਘ ਨੇ ਕੋਈ ਧਰਮਸ਼ਾਲਾ, ਕੋਈ ਮਸੀਤ, ਕੋਈ ਗੁਰਦੁਆਰਾ ਉਦੋਂ ਤੱਕ ਬਣਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਦੋਂ ਤੱਕ ਕਿ ਨਾਲ ਕੋਈ ਸਕੂਲ ਨਾ ਬਣਾਇਆ ਜਾਵੇ। ਫਿਰ ਉਸ ਤੋਂ ਇਲਾਵਾ ਰਣਜੀਤ ਸਿੰਘ ਨੇ ਇੱਕ ਪੰਜਾਬੀ ਕਾਇਦਾ ਉਹ ਇਜਾਦ ਕਰਾਇਆ ਸੀ। ਉਸ ਪੰਜਾਬੀ ਕਾਇਦੇ ਨੂੰ ਪੜ੍ਹਨਾ ਹਰ ਪੰਜਾਬੀ ਦੇ ਉੱਤੇ ਫਰਜ਼ ਸੀ। ਕੋਈ ਪੰਜਾਬੀ ਟੱਬਰ, ਫੈਮਿਲੀ ਇਸ ਤਰ੍ਹਾਂ ਦੀ ਨਹੀਂ ਸੀ ਜਿਹੜੀ ਪੜ੍ਹ ਲਿਖ ਨਾ ਸਕਦੀ ਹੋਵੇ। ਸਿਆਲਕੋਟ ਜਿਹੜਾ ਇਹ 100% ਪੜ੍ਹਿਆ ਲਿਖਿਆ ਸ਼ਹਿਰ ਸੀ ਉਸ ਵੇਲੇ ਵੀ, ਹੋਰ ਵੀ ਕਈ ਇਲਾਕੇ ਸਨ। ਤਕਰੀਬਨ ਐਜੂਕੇਸ਼ਨ ਰੇਸ਼ੋ ਜਿਹੜੀ ਹੈ ਉਹ 70 ਤੋਂ 80% ਦੇ ਨੇੜੇ ਸੀ। ਔਰਤਾਂ ਦੀ ਜਿਹੜੀ ਐਜੂਕੇਸ਼ਨ ਰੇਸ਼ੋ ਸੀ ਉਹ ਬਹੁਤ ਜ਼ਬਰਦਸਤ ਸੀ। ਬੀਬੀਆਂ ਦੇ ਉੱਤੇ ਖਾਸ ਤੌਰ 'ਤੇ ਉਹਨੇ ਧਿਆਨ ਦਿੱਤਾ ਹੈ ਸੀ ਕਿ ਖਵਾਤੀਨ ਜਿਹੜੀਆਂ ਨੇ ਉਹ ਸਭ ਤੋਂ ਜ਼ਿਆਦਾ ਪੜ੍ਹੀਆਂ ਲਿਖੀਆਂ ਹੋਣੀਆਂ ਚਾਹੀਦੀਆਂ ਨੇ। ਅੰਗਰੇਜ਼ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਪੰਜਾਬ ਦੇ ਜਿਹੜਾ ਐਜੂਕੇਸ਼ਨ ਸਿਸਟਮ ਹੈ ਉਸ ਨੂੰ ਬਰਬਾਦ ਕਰਨ ਦੇ ਲਈ ਅੰਗਰੇਜ਼ ਨੇ ਪੂਰੇ ਪੰਜਾਬ ਦੇ ਵਿੱਚੋਂ ਪੰਜਾਬੀ ਕਾਇਦੇ ਇਕੱਠੇ ਕਰਵਾਏ ਔਰ ਫਿਰ ਇੱਕ ਥਾਂ 'ਤੇ ਉਹਨੂੰ ਇਕੱਠਿਆਂ ਕਰਕੇ 29 ਮਾਰਚ ਨੂੰ ਸਾੜ ਦਿੱਤੇ। ਤੇ ਪੰਜਾਬੀਆਂ ਦੇ ਲਈ ਇਹ 29 ਮਾਰਚ ਯੌਮ ਸਿਆਹ ਦੇ ਤੌਰ 'ਤੇ ਯਾਦ ਕੀਤਾ ਜਾਂਦਾ ਹੈ, ਕਿਉਂਕਿ ਉਸ ਤੋਂ ਪਿੱਛੇ ਫਿਰ ਅਸੀਂ ਆਪਣੇ ਪੈਰਾਂ 'ਤੇ ਐਜੂਕੇਸ਼ਨ ਦੇ ਮਾਮਲੇ ਵਿੱਚ ਖਲੋ ਨਹੀਂ ਸਕੇ, ਕਿਉਂਕਿ ਐਜੂਕੇਸ਼ਨ ਨੂੰ ਇਸ ਤਰ੍ਹਾਂ ਕਰਕੇ ਕਮਜ਼ੋਰ ਕਰ ਦਿੱਤਾ ਗਿਆ। ਅੰਗਰੇਜ਼ ਨੇ ਫਿਰ ਆਪਣਾ ਜਿਹੜਾ ਉੱਥੇ ਆਪਣਾ ਕੋਈ ਸਿਸਟਮ ਸੀ ਉਸ ਸਿਸਟਮ ਦੇ ਹਿਸਾਬ ਨਾਲ ਸਾਨੂੰ ਲਾ ਦਿੱਤਾ ਔਰ ਫਿਰ ਅੱਜ ਸਾਡਾ ਐਜੂਕੇਸ਼ਨ ਵੇਖ ਲਓ ਕਿੱਥੇ ਖਲੋਤੀ ਹੈ। ਤੇ ਪੰਜਾਬੀਓ, ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਯਾਦ ਕਰਨ ਵਾਲੀਆਂ ਨੇ, ਆਪਣੀ ਨਵੀਂ ਪੀੜ੍ਹੀ ਨੂੰ ਦੱਸਣ ਵਾਲੀਆਂ ਨੇ ਕਿ ਇੱਕ ਦੌਰ ਸੀ। ਟੈਕਸਲਾ ਦੀ ਯੂਨੀਵਰਸਿਟੀ ਵੇਖ ਲਓ ਨਾ, ਇਹ ਸਿਕੰਦਰ ਆਜ਼ਮ ਦੇ ਦੌਰ ਵਿੱਚ ਵੀ ਸੀ, ਜਦੋਂ ਦੁਨੀਆ ਦੇ ਵਿੱਚ ਜਹਾਲਤਾਂ ਦੇ ਹਨੇਰੇ ਹੁੰਦੇ ਸਨ, ਪੰਜਾਬ ਦੇ ਵਿੱਚ ਲੋਕ ਇਲਮ ਦਾ ਨੂਰ ਹਾਸਲ ਕਰਨ ਆਉਂਦੇ ਸਨ। ਰਣਜੀਤ ਸਿੰਘ ਦੇ ਦੌਰ ਵਿੱਚ ਵੀ ਬਹੁਤ ਵਧੀਆ ਐਜੂਕੇਸ਼ਨ ਸਿਸਟਮ ਸੀ ਸਾਡਾ। ਤੇ 29 ਮਾਰਚ ਨੂੰ ਇਹ ਦਿਨ ਲਾਜ਼ਮੀ ਯਾਦ ਰੱਖਣਾ। 29 ਮਾਰਚ ਯੌਮ ਸਿਆਹ ਪੰਜਾਬੀਆਂ ਦੇ ਲਈ, ਕਿਉਂਕਿ ਪੰਜਾਬ ਦੇ ਜਿਹੜੇ ਕਾਇਦੇ ਸਾੜੇ ਗਏ ਸਨ, ਐਜੂਕੇਸ਼ਨ ਸਿਸਟਮ ਤਬਾਹ ਕੀਤਾ ਗਿਆ ਸੀ।